ਪ੍ਰੋਫੈਸਰ ਸਾਹਿਬ ਸਿੱਖ ਕੌਮ ਦੀ ਬਹੁਤ ਲੰਬੇ ਸਮੇਂ ਦੀ ਡਿਮਾਂਡ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ। ਫਿਰ ਵੀ ਕਾਰਨ ਕੀ ਦੇਖਦੇ ਹੋ ਕਿ ਲਗਾਤਾਰ ਮੰਗ ਪੱਤਰ ਦੇਣ ਦੇ ਬਾਵਜੂਦ, ਲਗਾਤਾਰ ਧਰਨੇ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉੱਥੇ ਹੀ ਅਟਕਿਆ ਹੋਇਆ। मैं समझता कि भारत का जोड़ा राजनीतिक स्ट्रक्चर है वो इतना ज़्यादा दूषित हो चुका है कि जिहड़ी पोलिटिकल पार्टी गवर्नर को अपॉइंट करती है, गवर्नर उसे दा ही बन के रह जाता है। तो फिर तो साडे गुरु ने कहा चूँ कार अजमा हिलते दरगुदश हलाल अस्तबुरदन पर शमशीर दस। जो सारे रस्ते फेल हो जान फिर हथियार चुकना जायज़ है। मैं पूछ लवां नरेंद्र मोदी जी नूं, भाई तुसीं दसो रामचंद्र जी ने हथियार नहीं चुके सीगे? तो जे रामचंद्र जी ने हथियार चुक ले काहदे वास्ते चुके सीगे? इंसाफ लैण वास्ते ना। तो जेकर इन्हां ने हथियार चुक ले तो फिर किहड़ी नेरी आ गई? ठीक है, हुण आप पार्टी का किरदार देखिए तो प्रोफैसर दविंदरपाल सिंह भुल्लर का केस बिल्कुल मैरिट से खड़ा है, रिहाई उन्होंने मैरिट से खड़ी है, लेकिन नहीं कर रहे। उसका कारण की है कि आप वाले कहते हैं जेकर असी प्रोफैसर दविंदरपाल सिंह भुल्लर नूं अज रिहा कर देंगे हाँ तो साढ़े हथों हिंदू वोट चले जाती है। ਆਮ ਆਦਮੀ ਪਾਰਟੀ ਦੇ ਕਈ ਨੁਮਾਇੰਦੇ ਵੀ ਤਰਕ ਦਿੰਦੇ ਨੇ, ਕਹਿੰਦੇ ਕਿ ਅਸੀਂ ਪੰਜਾਬ ਦੀ ਸਿਆਸਤ ਬਦਲਣਾ ਚਾਹੁੰਦੇ ਹਾਂ, ਪੰਜਾਬ ਦੀ ਜਿਹੜਾ ਰਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਛਡਾਉਣਾ ਚਾਹੁੰਦੇ ਹਾਂ, ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹਾਂ। ਕਹਿੰਦੇ ਕਿ ਜੇਕਰ ਇਲੈਕਸ਼ਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਜਿਹੜੀ ਆ ਰੋਕ ਦਿੱਤੀ ਜਾਵੇ, ਉਹਨਾਂ ਨੂੰ ਰਿਹਾ ਨਾ ਕੀਤਾ ਜਾਵੇ, ਜਿੱਥੇ 25 ਸਾਲ ਉਡੀਕ ਲਿਆ ਤਾਂ ਕੁਝ ਸਮਾਂ ਹੋਰ ਉਡੀਕ ਲਓ, ਇਲੈਕਸ਼ਨ ਤੋਂ ਬਾਅਦ ਉਹਨਾਂ ਦੀ ਰਿਹਾਈ ਤੇ ਜਿਹੜੇ ਸਿਗਨੇਚਰ ਨੇ ਹੋ ਜਾਣਗੇ। ਇਹਨਾਂ ਦੇ ਜਾਂ ਕਹਿੰਦੇ ਨਾ ਹਾਥੀ ਕੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ कि आप पार्टी जी है एक पंजाब वास्ते एक ट्रेजन हॉर्स है। ट्रेजन हॉर्स की होंदा है कि ग्रीक दे विच जिसले उन्होंने एक बहुत बड़ा लक्कड़ का घोड़ा तैयार किया, लक्कड़ का घोड़ा तैयार करके उहदे विच उन्होंने सैनिक वड़ते तो ट्रॉय वॉर में जा करके उन्होंने की किया, लक्कड़ का घोड़ा खोलिया तो उस सैनिक निकले बाहर, ਉਹਨੂੰ ਕਹਿੰਦੇ ਟ੍ਰੈਜਨ ਹਾਰਸ ਜਿਹੜਾ ਸੀਗਾ। ਟ੍ਰੈਜਨ ਹਾਰਸ ਜਿਹੜਾ ਸੀਗਾ ਉਸੇ ਤਰੀਕੇ ਨਾਲ ਮੈਂ ਸਮਝਦਾ ਪੰਜਾਬ ਦੇ ਵਿੱਚ ਕੇਜਰੀਵਾਲ ਇੱਕ ਟ੍ਰੈਜਨ ਹਾਰਸ ਬਣ ਕੇ ਆਇਆ ਹੈ। ਔਰ ਇਸ ਦੀ ਸੋਚ ਜਿਹੜੀ ਹੈ ਉਹ ਸਿੱਖਾਂ ਦੇ ਪ੍ਰਤੀ ਜਿਹੜੀ ਹੈ ਉਹ ਸਾਰੂ ਨਹੀਂ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਸਿਆਸੀ ਕੈਦੀ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਹਾਲੇ ਤੱਕ ਜੇਲ੍ਹ ਦੇ ਵਿੱਚ ਨੇ, ਉਹਨਾਂ ਨੂੰ ਰਿਹਾ ਕਰਵਾਉਣ ਦੇ ਲਈ ਸਿੱਖ ਕੌਮ ਵੱਲੋਂ ਵੱਖ-ਵੱਖ ਕਦਮ ਚੁੱਕੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਿ ਉਹਨਾਂ ਦੀ ਰਿਹਾਈ ਕੀਤੀ ਜਾਵੇ। ਜਿਹੜੇ ਸਿੱਖ ਕੈਦੀਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਕਦੇ ਮਾਰਚ ਦੇ ਰੂਪ ਦੇ ਵਿੱਚ ਚੰਡੀਗੜ੍ਹ ਗਵਰਨਰ ਹਾਊਸ ਜਾ ਕੇ ਮੰਗ ਪੱਤਰ ਦਿੱਤੇ ਜਾਂਦੇ ਨੇ, ਕਦੇ ਅੱਜ ਮੋਹਾਲੀ ਦੇ ਜ਼ਿਲ੍ਹਾ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਇੱਕ ਪੰਥਕ ਇਕੱਠ ਰੱਖਿਆ ਜਾਂਦਾ, ਇੱਥੇ ਕੁਝ ਮਤੇ ਪਾਏ ਜਾਂਦੇ ਨੇ ਕਿ ਬੰਦੀ ਸਿੰਘਾਂ ਨੂੰ ਜਿਹੜਾ ਰਿਹਾ ਕੀਤਾ ਜਾਵੇ ਤਾਂ ਜੋ ਆਪਣੇ ਹੱਸਦੇ ਵਸਦੇ ਵਾਪਸ ਪਰਿਵਾਰਾਂ ਦੇ ਵਿੱਚ ਆ ਸਕਣ। ਵੱਖ-ਵੱਖ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ। ਸਾਡੇ ਨਾਲ ਅੱਜ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਮੌਜੂਦ ਨੇ, ਗੱਲਬਾਤ ਕਰਕੇ ਇਹਨਾਂ ਦੇ ਨਾਲ ਜਾਣਦੇ ਹਾਂ ਕਿ ਆਖਰ ਇੰਨਾ ਲੰਬਾ ਸੰਘਰਸ਼ ਕਰਨ ਤੋਂ ਬਾਅਦ ਵੀ ਸਰਕਾਰਾਂ ਦੇ ਕੰਨਾਂ ਤੇ ਕੋਈ ਜੂੰ ਕਿਉਂ ਨਹੀਂ ਸਰਕ ਰਹੀ। ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ ਸਿੱਖ ਕੌਮ ਦੀ ਬਹੁਤ ਲੰਬੇ ਸਮੇਂ ਦੀ ਡਿਮਾਂਡ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ। ਫਿਰ ਵੀ ਕਾਰਨ ਕੀ ਦੇਖਦੇ ਹੋ ਕਿ ਲਗਾਤਾਰ ਮੰਗ ਪੱਤਰ ਦੇਣ ਦੇ ਬਾਵਜੂਦ, ਲਗਾਤਾਰ ਧਰਨੇ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉੱਥੇ ਹੀ ਅਟਕਿਆ ਹੋਇਆ? ਦੇਖੋ ਇਹ ਗੱਲ ਕੰਨ ਤੇ ਲਿਖੀ ਸਾਰਿਆਂ ਨੂੰ ਪੜ੍ਹ ਲੈਣੀ ਚਾਹੀਦੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿ ਭਾਰਤ ਦਾ ਸੰਵਿਧਾਨ यूनिफॉर्म नहीं है जी, एक सारता नहीं है, इक्वलिटी नहीं है जी। भारत के संविधान दे विच पक्षपात ते डिस्क्रिमिनेशन है जी। और इस गल दियां एक नहीं अनेकां उदाहरणां दित्तियां जा सकदियां ने। और उस डिस्क्रिमिनेशन का संताप जी सिख लंबे समय तो हंडा रहे हैं। जे अज दे मुद्दे की गल करिए ਤਾਂ ਬੰਦੀ ਸਿੰਘਾਂ ਦੀ ਰਿਹਾਈ ਵੀ ਉਸੇ ਡਿਸਕ੍ਰਿਮੀਨੇਸ਼ਨ ਦਾ ਇੱਕ ਹਿੱਸਾ ਹੈ। ਦੇਖੋ ਸਾਡੇ ਕੋਲ ਅਦਾਲਤ ਇੱਕ ਸੁਪਰੀਮ ਇੰਸਟੀਟਿਊਸ਼ਨ ਹੈ। ਬਿਲਕੁਲ ਅਦਾਲਤ ਦਾ ਕਿਹਾ ਹੋਇਆ, ਅਦਾਲਤ ਦਾ ਫੈਸਲਾ, ਉਹਦੇ ਬਾਅਦ ਸਰਕਾਰਾਂ ਨੂੰ ਉਹ ਚੀਜ਼ ਮੰਨਣੀ ਚਾਹੀਦੀ ਹੈ। ਅਦਾਲਤਾਂ ਨੇ ਕਹਿ ਦਿੱਤਾ ਕਿ ਜੀ ਫਲਾਣੇ ਵਿਅਕਤੀ ਨੂੰ ਉਮਰ ਕੈਦ ਹੈ। ਉਮਰ ਕੈਦ ਦਾ ਮਤਲਬ ਹੋ ਗਿਆ ਕਾਨੂੰਨ ਦੇ ਮੁਤਾਬਕ ਅਗਰ ਤੁਸੀਂ ਬਹੁਤ ਜ਼ਿਆਦਾ ਵੀ ਗੱਲ ਕਰੋ तो 20 साल तो वध नहीं बनती। वैसे तो 14 साल 12 साल ਦੇ ਵਿੱਚ ਉਮਰ ਕੈਦ ਦਾ ਨਿਪਟਾਰਾ ਹੋ ਜਾਂਦਾ ਹੈ। लेकिन साढ़े नाल जिसले गल चलती है
ਤਾਂ ਸਾਡੇ ਬੰਦੀ ਸਿੰਘ 31 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਹੋਰ ਉਹਨਾਂ ਨੇ 20 ਸਾਲ ਦੀ ਸਜ਼ਾ, ਜੇ 14 ਸਾਲ ਦੀ ਗੱਲ ਕਰੀਏ ਤਾਂ ਡਬਲ ਤੋਂ ਵੱਧ ਸਜ਼ਾਵਾਂ ਪੂਰੀਆਂ ਕਰ ਲਈਆਂ, ਅੱਜ ਵੀ ਅੰਦਰ ਨੇ। ਸਰਕਾਰ ਸਾਨੂੰ ਇਹ ਵੀ ਨਹੀਂ ਦੱਸਦੀ ਕਿ ਵੀ ਕਿਹੜੇ ਕਾਨੂੰਨ ਦੇ ਹੇਠ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਸਰਕਾਰਾਂ ਵੱਲੋਂ ਤਰਕ ਦਿੱਤਾ ਜਾ ਰਿਹਾ, ਕਹਿੰਦੇ ਕਿ ਉਸ ਸਮੇਂ ਜਦੋਂ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਸੀ ਜਾਂ ਅਰੈਸਟ ਕੀਤਾ ਗਿਆ ਸੀ, ਹਥਿਆਰਬੰਦ ਸੰਘਰਸ਼ ਆਪਣੇ ਹੀ ਦੇਸ਼ ਦੇ ਖਿਲਾਫ ਇਹਨਾਂ ਨੇ ਵਿੱਢਿਆ ਸੀ। ਜੇਕਰ ਇਹ ਅੱਜ ਵੀ ਬਾਹਰ ਆਉਂਦੇ ਨੇ ਤਾਂ ਹੋ ਸਕਦਾ ਉਹੀ ਹਥਿਆਰਬੰਦ ਸੰਘਰਸ਼ ਪੰਜਾਬ ਦੇ ਵਿੱਚ ਦੁਬਾਰਾ ਇੱਕ ਵਾਰੀ ਫੇਰ ਜਨਮ ਲੈ ਦੇਖੋ ਲਵੇ। ਜੀ, ਇੱਕ ਕਲਪਨਾ ਕਰ ਲੈਣੀ ਤੇ ਹਕੀਕਤ ਹੋ ਜਾਣੀ। ਜੇ ਇੱਕ ਸਰਕਾਰ ਕਵੇ ਕਿ ਜੀ ਫਲਾਣਾ ਪ੍ਰੋਫੈਸਰ ਬਲਜਿੰਦਰ ਸਿੰਘ ਜਿਹੜਾ ਹੈ ਸਾਨੂੰ ਬੜਾ ਖਤਰਨਾਕ ਨਜ਼ਰ ਆਉਂਦਾ ਹੈ ਤੇ ਅਸੀਂ ਇਹਨੂੰ ਅੰਦਰ ਕਰ ਦੇਣਾ, ਉਮਰ ਕੈਦ ਦੇ ਦੇਣੀ ਹੈ। ਕਲਪਨਾ ਦੇ ਨਾਲ ਜਿਹੜੇ ਨੇ ਕਾਨੂੰਨ ਨਹੀਂ ਚੱਲਦੇ, ਕਾਨੂੰਨ ਚੱਲਦਾ ਹੈ ਹਕੀਕਤ ਦੇ ਨਾਲ। ਸੋ ਇਸ ਵੇਲੇ ਜਿਹੜੀ ਗੱਲ ਹੈਗੀ ਹੈ ਨਾ, ਇਹ ਦਲੀਲ ਦਿੱਤੀ ਜਾਣੀ। ਉਸੇ ਸਰਕਾਰ ਨੇ 550 ਸਾਲਾ ਗੁਰਪੁਰਬ ਦੇ ਵੇਲੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਸੀਗੀ, ਉਹ 'ਚੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖਹਿੜਾ ਨੂੰ ਹੁਣ ਤੱਕ ਰਿਹਾ ਨਹੀਂ ਕੀਤਾ ਗਿਆ। ਤਾਂ ਸਰਕਾਰ ਦਾ ਇਹ ਦਾਅਵਾ ਕਰਨਾ ਕਿ ਵੀ ਇਹ ਹਥਿਆਰਬੰਦ ਸੰਘਰਸ਼ ਇਹਨਾਂ ਨੇ ਕੀਤਾ ਸੀਗਾ, ਸਵਾਲ ਤਾਂ ਪੈਦਾ ਹੈ ਕਿ ਹੁਣ ਹਥਿਆਰ ਚੁੱਕੇ ਕਿਉਂ? ਸਰਕਾਰ ਦੇ ਅੱਤਵਾਦ ਦੇ ਖਿਲਾਫ ਉਹਨਾਂ ਨੂੰ ਹਥਿਆਰ ਚੁੱਕਣੇ ਪਏ। ਉਹਨਾਂ ਨੇ ਕੋਈ ਖੁਸ਼ੀ ਨਾਲ ਹਥਿਆਰ ਨਹੀਂ ਚੁੱਕੇ, ਤੇ ਉਹਨਾਂ ਨੇ ਜਿਹੜੇ ਹਥਿਆਰ ਚੁੱਕੇ ਉਹ ਇਸ ਕਰਕੇ ਨਹੀਂ ਚੁੱਕੇ ਕਿ ਕਿਸੇ ਖਾਸ ਫਿਰਕੇ ਦਾ ਨੁਕਸਾਨ ਕਰਨਾ ਹੈ। ਉਹ ਤਾਂ ਉਸ ਵੇਲੇ ਇਹੋ ਜਿਹੇ ਹਾਲਾਤ ਬਣੇ ਸੀਗੇ ਕਿ ਹਕੂਮਤ ਵਿੱਚ ਬੈਠੇ ਲੋਕ ਜਿਹੜੇ ਸੀਗੇ ਉਹ ਜ਼ੁਲਮ ਢਾ ਰਹੇ ਸੀਗੇ। ਹੋਰ ਉਸ ਵੇਲੇ ਜਿਸ ਵੇਲੇ ਜ਼ੁਲਮ ਢਾ ਰਹੇ ਸੀਗੇ, ਇਨਸਾਫ ਮਿਲ ਨਹੀਂ ਰਿਹਾ ਸੀਗਾ, ਤੇ ਫਿਰ ਤਾਂ ਸਾਡੇ ਗੁਰੂ ਨੇ ਕਿਹਾ ਚੂੰ ਕਾਰ ਅਜਮਾ ਹਿਲਤੇ ਦਰਗੁਦਸ਼ ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸ। ਜੇ ਸਾਰੇ ਰਸਤੇ ਫੇਲ ਹੋ ਜਾਣ ਫਿਰ ਹਥਿਆਰ ਚੁੱਕਣਾ ਜਾਇਜ਼ ਹੈ। ਗੁਰੂਆਂ ਨੇ ਹਥਿਆਰ ਚੁੱਕੇ ਨੇ, ਇਸ ਕਰਕੇ ਇਹ ਗੱਲ ਕਹਿ ਦੇਣੀ। ਭਾਰਤ ਦਾ ਇਤਿਹਾਸ ਜੇ ਕਹੀਏ, ਮੈਂ ਪੁੱਛ ਲਵਾਂ ਨਰਿੰਦਰ ਮੋਦੀ ਜੀ ਨੂੰ, ਭਈ ਤੁਸੀਂ ਦੱਸੋ ਰਾਮਚੰਦਰ ਜੀ ਨੇ ਹਥਿਆਰ ਨਹੀਂ ਚੁੱਕੇ ਸੀਗੇ? ਤੇ ਜੇ ਰਾਮਚੰਦਰ ਜੀ ਨੇ ਹਥਿਆਰ ਚੁੱਕ ਲਏ ਕਾਹਦੇ ਵਾਸਤੇ ਚੁੱਕੇ ਸੀਗੇ? ਇਨਸਾਫ ਲੈਣ ਵਾਸਤੇ ਨਾ। ਤੇ ਜੇਕਰ ਇਹਨਾਂ ਨੇ ਹਥਿਆਰ ਚੁੱਕ ਲਏ ਤੇ ਫਿਰ ਕਿਹੜੀ ਨੇਰੀ ਆ ਗਈ? ਜੋ ਇਹਨਾਂ ਨੂੰ ਸਜ਼ਾ ਦਿੱਤੀ ਗਈ ਉਹ ਸਜ਼ਾ ਇਹਨਾਂ ਨੇ ਪੂਰੀ ਕਰ ਲਈ। ਸਜ਼ਾ ਪੂਰੀ ਕਰਨ ਦੇ ਬਾਅਦ ਇਹਨਾਂ ਦੀ ਰਿਹਾਈ ਬਣਦੀ ਹੈ, ਜੋ ਕਿ ਮਿਲਣੀ ਚਾਹੀਦੀ ਹੈ। ਜਾਣ ਲੈਣਾ ਚਾਹੁੰਦੇ ਆ ਕਿ 11 ਦਸੰਬਰ ਨੂੰ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ ਜਾਂ ਸਿੱਖ ਜਥੇਬੰਦੀਆਂ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਚੰਡੀਗੜ੍ਹ ਤੱਕ ਗਵਰਨਰ ਹਾਊਸ ਤੱਕ ਪਹੁੰਚੀਆਂ ਸੀ। ਮੰਗ ਪੱਤਰ ਦਿੱਤਾ ਗਿਆ ਸੀ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ। ਗਵਰਨਰ ਸਾਹਿਬ ਵੱਲੋਂ ਵੀ ਭਰੋਸਾ ਦਿੱਤਾ ਗਿਆ ਸੀ ਕਿ ਕਾਰਵਾਈ ਹੋਏਗੀ, ਇਸ ਤੇ ਅੱਗੇ ਕਾਰਵਾਈ ਹੋਊਗੀ। ਜਾਣ ਲੈਣਾ ਚਾਹੁੰਦੇ ਆ ਕਿ ਉਸ ਮੰਗ ਪੱਤਰ ਦਾ ਕੋਈ ਅਸਰ ਸਰਕਾਰ ਤੇ ਜਾਂ ਗਵਰਨਰ ਸਾਹਿਬ ਤੇ ਹੋਇਆ, ਜਾਂ ਉਹ ਇੱਕ ਸਿਰਫ ਕਾਗਜ਼ ਦਾ ਟੁਕੜਾ ਬਣ ਕੇ ਹੀ ਰਹਿ ਗਿਆ? ਦੇਖੋ, ਅਸੀਂ ਇੱਕ ਉਮੀਦ ਨਾਲ ਗਵਰਨਰ ਕੋਲ ਗਏ ਸੀਗੇ, ਕਿਉਂਕਿ ਗਵਰਨਰ ਸਾਹਿਬ ਦੀ ਉਸ ਵੇਲੇ ਜਿਹੜੀ ਬਾਡੀ ਲੈਂਗੁਏਜ ਸੀਗੀ ਉਹ ਬੜੀ ਪੋਜ਼ਿਟਿਵ ਸੀਗੀ। ਔਰ ਉੱਥੋਂ ਲੱਗਦਾ ਸੀਗਾ ਕਿ ਗਵਰਨਰ ਸਾਹਿਬ ਜਿਹੜੇ ਨੇ ਉਹ ਆਪਣੀਆਂ ਪਾਵਰਸ ਨੂੰ ਯੂਜ਼ ਕਰਕੇ ਬੰਦੀ ਸਿੰਘਾਂ ਦੀ ਜੋ ਰਿਹਾਈ ਜੈਨੂਅਨ ਬਣਦੀ ਹੈ। ਔਰ ਉਹਨਾਂ ਨੇ ਕਮਿਟਮੈਂਟ ਵੀ ਕੀਤੀ ਕਿ ਭਈ ਮੈਂ 25 ਸਾਲ ਤੋਂ ਵੱਧ ਜਿਹੜੇ ਬੰਦੇ ਨੇ ਉਹਨਾਂ ਦੀ ਮੈਂ ਰਿਹਾਈ ਕਰਾਂਗਾ। ਇੱਥੇ ਤੱਕ ਕਿ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ ਜਿਹੜੇ ਪੰਜਾਬ ਤੋਂ ਬਾਹਰਲੇ ਕੇਸ ਨੇ, ਜਿਵੇਂ ਕਿ ਦਿੱਲੀ ਦਾ ਜਾਂ ਕਰਨਾਟਕਾ ਦਾ, ਮੈਂ ਉਹਨਾਂ ਦੇ ਗਵਰਨਰਸ ਨੂੰ ਵੀ ਰਿਕਮੈਂਡ ਕਰਕੇ ਭੇਜਾਂਗਾ ਕਿ ਵੀ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਸੋ ਇੰਨਾ ਵੱਡਾ ਭਰੋਸਾ ਦਿੱਤੇ ਜਾਣ ਦੇ ਬਾਅਦ ਅੱਜ 6 ਫਰਵਰੀ ਹੋ ਗਈ ਹੈ। 6 ਫਰਵਰੀ ਹੋ ਗਈ ਹੈ, ਭਾਵ ਕਹਿਣ ਦਾ 25 ਦਿਨ ਤੋਂ ਵੱਧ ਹੋ ਗਏ, ਲੇਕਿਨ ਗਵਰਨਰ ਸਾਹਿਬ ਨੇ ਇਸ ਬਾਰੇ ਕੁਝ ਵੀ ਨਹੀਂ ਕੀਤਾ। ਮੈਂ ਸਮਝਦਾ ਕਿ ਭਾਰਤ ਦਾ ਜਿਹੜਾ ਰਾਜਨੀਤਿਕ ਸਟਰਕਚਰ ਹੈ ਉਹ ਇਤਨਾ ਜ਼ਿਆਦਾ ਦੂਸ਼ਿਤ ਹੋ ਚੁੱਕਿਆ ਹੈ ਕਿ ਜਿਹੜੀ ਪੋਲੀਟੀਕਲ ਪਾਰਟੀ ਗਵਰਨਰ ਨੂੰ ਅਪਾਇੰਟ ਕਰਦੀ ਹੈ, ਗਵਰਨਰ ਉਸੇ ਦਾ ਹੀ ਬਣ ਕੇ ਰਹਿ ਜਾਂਦਾ ਹੈ, ਸੰਵਿਧਾਨ ਦੀ ਰਾਖੀ ਨਹੀਂ ਕਰਦਾ। ਕਾਰਨ ਕੀ ਦੇਖਦੇ ਹੋ ਕਿ 11 ਤਰੀਕ ਨੂੰ ਮੰਗ ਪੱਤਰ ਦਿੱਤਾ ਜਾਂਦਾ, ਅੱਜ 6 ਫਰਵਰੀ ਹੋ ਚੁੱਕੀ ਆ, 24-25 ਦਿਨ ਦਾ ਸਮਾਂ ਹੋ ਚੁੱਕਿਆ। ਤੁਸੀਂ ਕਹਿ ਰਹੇ ਹੋ ਕਿ ਗਵਰਨਰ ਦਾ ਰਿਸਪੌਂਸ ਪੋਜ਼ਿਟਿਵ ਰਿਸਪੌਂਸ ਸੀ ਉਸ ਸਮੇਂ ਬੰਦੀ ਸਿੰਘਾਂ ਨੂੰ ਲੈ ਕੇ, ਪਰ ਅੱਗੇ ਕਾਰਵਾਈ ਨਾ ਹੋਣਾ, ਇਲੈਕਸ਼ਨਾਂ ਦਾ ਵੀ ਸਮਾਂ ਹੈਗਾ ਪੰਜਾਬ ਦੇ ਵਿੱਚ, ਹੋਰ 5 ਸਟੇਟਾਂ ਦੇ ਵਿੱਚ। ਕਾਰਨ ਕੀ ਦੇਖਦੇ ਹੋ ਕਿ ਠੰਡੇ ਬਸਤੇ ਦੇ ਵਿੱਚ ਜਾਂਦਾ ਦਿਖ ਰਿਹਾ ਉਹ ਮੰਗ ਪੱਤਰ? ਮੈਨੂੰ ਇੱਦਾਂ ਲੱਗਦਾ ਹੈ ਕਿ ਜਿਸ ਵੇਲੇ ਇਹ ਹੁਣ ਪੰਜਾਬ ਦੇ ਵਿੱਚ ਵੋਟਾਂ ਦਾ ਮਾਹੌਲ ਬਣਿਆ ਹੋਇਆ ਜੀ, ਠੀਕ ਹੈ, ਹਰ ਪਾਰਟੀ ਕਹਿੰਦੀ ਪਈ ਹੈ ਕਿ ਭਈ ਅਸੀਂ ਫਲਾਣੇ ਧਰਮ ਦੀਆਂ ਵੋਟਾਂ ਲੈਣੀਆਂ ਨੇ, ਠੀਕ ਹੈ, ਚਾਹੇ ਆਪ ਪਾਰਟੀ ਹੈ। ਹੁਣ ਆਪ ਪਾਰਟੀ ਦਾ ਕਿਰਦਾਰ ਦੇਖੀਏ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਬਿਲਕੁਲ ਮੈਰਿਟ ਸੇ ਖੜਾ ਹੈ, ਰਿਹਾਈ ਉਹਨਾਂ ਦੀ ਮੈਰਿਟ ਸੇ ਖੜੀ ਹੈ, ਲੇਕਿਨ ਨਹੀਂ ਕਰ ਰਹੇ। ਉਹਦਾ ਕਾਰਨ ਕੀ ਹੈ ਕਿ ਆਪ ਵਾਲੇ ਕਹਿੰਦੇ ਨੇ ਜੇਕਰ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਜ ਰਿਹਾ ਕਰ ਦਿੰਦੇ ਹਾਂ ਤਾਂ ਸਾਡੇ ਹੱਥੋਂ ਹਿੰਦੂ ਵੋਟ ਚਲੇ ਜਾਂਦੀ ਹੈ। ਸੋ ਕਿਧਰੇ ਨਾ ਕਿਧਰੇ ਸਿਆਸਤ ਜ਼ਿਆਦਾ ਭਾਰੂ ਹੈ, ਸੰਵਿਧਾਨ ਭਾਰੂ ਨਹੀਂ ਹੈ, ਕਾਨੂੰਨ ਭਾਰੂ ਨਹੀਂ ਹੈ। ਸਿਆਸਤ ਇੰਨੀ ਭਾਰੂ ਹੋ ਚੁੱਕੀ ਹੈ ਕਿ ਕਾਨੂੰਨ ਵੀ ਪਿਛਾਂਹ ਧੱਕਦਾ ਗਿਆ,
ਸੰਵਿਧਾਨ ਵੀ ਪਿਛਾਂਹ ਧੱਕਦਾ ਗਿਆ, ਹਿਊਮਨ ਰਾਈਟਸ ਜਿਹੜੇ ਨੇ ਪਿਛਾਂਹ ਧੱਕਦੇ ਗਏ ਨੇ। ਇਸ ਵੇਲੇ ਕੇਵਲ ਤੇ ਕੇਵਲ ਹੈਗਾ ਕਿ ਅਸੀਂ ਆਪਣੀ ਵੋਟ ਬੈਂਕ ਨੂੰ ਪ੍ਰੀਜ਼ਰਵ ਕਰਕੇ ਰੱਖੀਏ, ਵੋਟ ਬੈਂਕ ਨੂੰ ਬਚਾ ਕੇ ਰੱਖੀਏ। ਤੇ ਗਵਰਨਰ ਸਾਹਿਬ ਦੇ ਜਿਹੜਾ ਆਸ਼ਵਾਸਨ ਦਿੱਤਾ ਗਿਆ ਸੀਗਾ, ਅੱਜ ਲੱਗਦਾ ਹੈ ਕਿ ਗਵਰਨਰ ਸਾਹਿਬ ਜਿਹੜੇ ਨੇ ਸੰਵਿਧਾਨ ਦੀ ਰਾਖੀ ਨਹੀਂ ਕਰ ਰਹੇ। ਇਹੀ ਸਵਾਲ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ, ਤੁਸੀਂ ਨੇ ਜ਼ਿਕਰ ਕੀਤਾ। ਆਮ ਆਦਮੀ ਪਾਰਟੀ ਦੇ ਕਈ ਨੁਮਾਇੰਦੇ ਵੀ ਤਰਕ ਦਿੰਦੇ ਨੇ, ਕਹਿੰਦੇ ਕਿ ਅਸੀਂ ਪੰਜਾਬ ਦੀ ਸਿਆਸਤ ਬਦਲਣਾ ਚਾਹੁੰਦੇ ਹਾਂ, ਪੰਜਾਬ ਦੀ ਜਿਹੜਾ ਰਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਛਡਾਉਣਾ ਚਾਹੁੰਦੇ ਹਾਂ, ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹਾਂ। ਕਹਿੰਦੇ ਕਿ ਜੇਕਰ ਇਲੈਕਸ਼ਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਜਿਹੜੀ ਆ ਰੋਕ ਦਿੱਤੀ ਜਾਵੇ, ਉਹਨਾਂ ਨੂੰ ਰਿਹਾ ਨਾ ਕੀਤਾ ਜਾਵੇ, ਜਿੱਥੇ 25 ਸਾਲ ਉਡੀਕ ਲਿਆ ਤਾਂ ਕੁਝ ਸਮਾਂ ਹੋਰ ਉਡੀਕ ਲਓ, ਇਲੈਕਸ਼ਨ ਤੋਂ ਬਾਅਦ ਉਹਨਾਂ ਦੀ ਰਿਹਾਈ ਤੇ ਜਿਹੜੇ ਸਿਗਨੇਚਰ ਨੇ ਹੋ ਜਾਣਗੇ। ਕਿਤੇ ਹਵਾ ਨਾ ਬਦਲ ਜਾਵੇ, ਕਿਤੇ ਫਿਰ ਪੰਜਾਬ ਦੀ ਸੱਤਾ ਉਸੇ ਰਵਾਇਤੀ ਪਾਰਟੀਆਂ ਦੇ ਹੱਥਾਂ 'ਚ ਦੁਬਾਰਾ ਨਾ ਚਲੇ ਜਾਵੇ ਜੇ ਇਲੈਕਸ਼ਨ ਦੇ ਸਮੇਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜਿਹੜੀ ਆ ਰਿਹਾਈ ਹੁੰਦੀ ਆ। ਦੇਖੋ, ਮੈਂ ਕਹਾਂਗਾ ਇਹਦੇ 'ਚ ਜਿੰਨੀਆਂ ਵੀ ਪਾਰਟੀਆਂ ਨੇ ਨਾ, ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ, ਇਹਨਾਂ ਦੇ ਜਾਂ ਕਹਿੰਦੇ ਨਾ ਹਾਥੀ ਕੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ। ਜਿੱਥੇ ਤੱਕ ਆਪ ਪਾਰਟੀ ਦਾ ਸਵਾਲ ਹੈ, ਆਪ ਕੇਜਰੀਵਾਲ ਦੀ, ਮੈਂ ਇੱਕ ਵਾਰ ਕਈ ਵਾਰ ਕਹਿ ਚੁੱਕਿਆ ਹਾਂ ਕਿ ਆਪ ਪਾਰਟੀ ਜਿਹੜੀ ਹੈ ਇੱਕ ਪੰਜਾਬ ਵਾਸਤੇ ਇੱਕ ਟ੍ਰੈਜਨ ਹਾਰਸ ਹੈ। ਟ੍ਰੈਜਨ ਹਾਰਸ ਕੀ ਹੁੰਦਾ ਹੈ ਕਿ ਗ੍ਰੀਕ ਦੇ ਵਿੱਚ ਜਿਸ ਵੇਲੇ ਉਹਨਾਂ ਨੇ ਇੱਕ ਬਹੁਤ ਵੱਡਾ ਲੱਕੜ ਦਾ ਘੋੜਾ ਤਿਆਰ ਕੀਤਾ, ਲੱਕੜ ਦਾ ਘੋੜਾ ਤਿਆਰ ਕਰਕੇ ਉਹਦੇ ਵਿੱਚ ਉਹਨਾਂ ਨੇ ਸੈਨਿਕ ਵੜਤੇ ਤੇ ਟਰੋਏ ਵਾਰ ਵਿੱਚ ਜਾ ਕਰਕੇ ਉਹਨਾਂ ਨੇ ਕੀ ਕੀਤਾ, ਲੱਕੜ ਦਾ ਘੋੜਾ ਖੋਲਿਆ ਤੇ ਉਹ 'ਚੋਂ ਸੈਨਿਕ ਨਿਕਲੇ ਬਾਹਰ। ਉਹਨੂੰ ਕਹਿੰਦੇ ਟ੍ਰੈਜਨ ਹਾਰਸ ਜਿਹੜਾ ਸੀਗਾ। ਉਸੇ ਤਰੀਕੇ ਨਾਲ ਮੈਂ ਸਮਝਦਾ ਪੰਜਾਬ ਦੇ ਵਿੱਚ ਕੇਜਰੀਵਾਲ ਇੱਕ ਟ੍ਰੈਜਨ ਹਾਰਸ ਬਣ ਕੇ ਆਇਆ ਹੈ। ਔਰ ਇਸ ਦੀ ਸੋਚ ਜਿਹੜੀ ਹੈ ਉਹ ਸਿੱਖਾਂ ਦੇ ਪ੍ਰਤੀ ਜਿਹੜੀ ਹੈ ਉਹ ਸਾਰੂ ਨਹੀਂ ਹੈਗੀ। ਇਸ ਕਰਕੇ ਕੇਜਰੀਵਾਲ ਦੇ ਕੋਲੋਂ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ, ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਬਾਰੇ ਸਾਨੂੰ ਕੋਈ ਬਹੁਤੀ ਆਸ ਨਹੀਂ ਹੈਗੀ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਇਲੈਕਸ਼ਨਾਂ ਵੇਲੇ ਵੱਖ-ਵੱਖ ਵਾਅਦੇ ਕੀਤੇ ਜਾਂਦੇ ਨੇ, ਮੈਨੀਫੈਸਟੋ ਤੱਕ ਬਣਾਏ ਜਾਂਦੇ ਨੇ, ਪਰ ਜੇਕਰ ਦੇਖੀਏ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕਿਸੇ ਸਿਆਸੀ ਪਾਰਟੀ ਵੱਲੋਂ ਉਸ ਵੱਡੇ ਪੱਧਰ ਤੇ ਨਹੀਂ ਚੁੱਕਿਆ ਜਾ ਰਿਹਾ। ਇਹੀ ਜੀ ਕਾਰਨ ਕੀ ਆ ਕਿ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ, ਅਸੀਂ ਸਿੱਖ ਕੌਮ ਦੇ ਨਾਲ ਖੜੇ ਹਾਂ, ਪਰ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਚੀਜ਼ ਸ਼ਾਮਲ ਨਹੀਂ ਕੀਤੀ ਜਾਂਦੀ ਕਿ ਅਸੀਂ ਬੰਦੀ ਸਿੰਘਾਂ ਦੇ ਹੱਕ ਦੀ ਗੱਲ ਕਰਾਂਗੇ। ਮੈਂ ਗੱਲ ਕਰਾਂ, ਆਪ ਪਾਰਟੀ ਦੇ ਇੱਕ ਦੋ ਲੀਡਰਾਂ ਨਾਲ ਮੇਰੀ ਗੱਲਬਾਤ ਹੋਈ। ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਸਿੱਖਾਂ ਦੇ ਬਾਰੇ ਤੁਹਾਡੇ ਮੁੱਦੇ ਕਿਹੋ ਜਿਹੇ ਨੇ, ਕੀ ਮੁੱਦੇ ਨੇ ਤੁਹਾਡੇ? ਕਹਿੰਦੇ ਜੀ ਸਾਡੀ ਪਾਰਟੀ ਜਿਹੜੀ ਹੈ ਬੜੀ ਸੈਕੂਲਰ ਪਾਰਟੀ ਹੈ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਸੈਕੂਲਰ ਪਾਰਟੀ ਦਾ ਤੁਹਾਡਾ ਰੋਲ ਮਾਡਲ ਕੀ ਹੈ, ਕਿਹਨੂੰ ਆਗੂ ਮੰਨਦੇ ਹੋ? ਚੁੱਪ ਹੋ ਗਏ। ਮੈਂ ਕਿਹਾ ਗੁਰੂ ਨਾਨਕ ਸਾਹਿਬ ਦਾ ਨਾਂ ਸੁਣਿਆ, ਗੁਰੂ ਨਾਨਕ ਤੋਂ ਵੱਡਾ ਜੇ ਕੋਈ ਸੈਕੂਲਰ ਵਿਅਕਤੀ ਹੈ ਤਾਂ ਮੈਨੂੰ ਦੱਸ ਦਿਓ ਕਿਧਰੇ ਵੀ। ਕਿਹੜੇ ਲੀਡਰ ਦੇ ਨਾਲ ਗੱਲ ਹੋਈ ਸੀ ਨਾਂ ਦੇ? ਇਹ ਮਿਸਟਰ ਸ਼ੁਕਲਾ ਨੇ, ਆਪ ਪਾਰਟੀ ਦੇ, ਉਹਨਾਂ ਨਾਲ ਮੇਰੀ ਗੱਲ ਹੋਈ। ਦਿੱਲੀ ਦੀ ਲੀਡਰਸ਼ਿਪ ਨਾਲ ਉਹ ਮੇਰੇ ਕੋਲ ਘਰ ਆਏ ਸੀਗੇ, ਹਾਂਜੀ। ਤੇ ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਗੁਰੂ ਨਾਨਕ ਦਾ ਸੈਕੂਲਰ ਮਾਡਲ ਚੁੱਕ ਲਓ, ਅਸੀਂ ਸਾਰੇ ਤੁਹਾਡੇ ਨਾਲ ਤੁਰਾਂਗੇ। ਕਿਉਂ? ਗੁਰੂ ਨਾਨਕ ਤੋਂ ਵੱਡਾ ਸੈਕੂਲਰ ਮਾਡਲ ਕਿਸੇ ਕੋਲ ਨਹੀਂ ਹੈਗਾ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਭਾਵ ਕਹਿਣ ਦਾ ਕਿ ਆਪ ਦੇ ਕੋਲ ਕਿਸੇ ਪ੍ਰਕਾਰ ਦਾ ਸੈਕੂਲਰ ਮਾਡਲ ਨਹੀਂ ਹੈਗਾ। ਇਹ ਸਾਡਾ ਦੁਖਾਂਤ ਹੈ। ਇਲਜ਼ਾਮ ਤਾਂ ਸਿੱਖ ਜਥੇਬੰਦੀਆਂ ਤੇ ਵੀ ਲੱਗਦੇ ਨੇ, ਕਹਿੰਦੇ ਕਿ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਆ ਜਾਂਦਾ, ਇਲੈਕਸ਼ਨਾਂ ਹੁੰਦੀਆਂ ਨੇ, ਬੰਦੀ ਸਿੰਘਾਂ ਦੀ ਰਿਹਾਈ ਵੀ ਇਹਨਾਂ ਨੂੰ ਉਸੇ ਟਾਈਮ ਯਾਦ ਆਉਂਦੀ ਹੈ, ਧਰਨੇ ਪ੍ਰਦਰਸ਼ਨ ਉਸੇ ਸਮੇਂ ਯਾਦ ਆਉਂਦੇ ਨੇ, ਉਸੇ ਸਮੇਂ ਕੀਤੇ ਜਾਂਦੇ ਨੇ। ਇਲੈਕਸ਼ਨ ਦਾ ਰੂਪ, ਇਲੈਕਸ਼ਨ ਦੇ ਵਿੱਚ ਧਿਆਨ ਕੈਸ਼ ਕਰਨ ਦੀਆਂ ਸਾਰੀਆਂ ਸਾਜ਼ਿਸ਼ਾਂ ਨੇ ਬੰਦੀ ਸਿੰਘਾਂ ਦੀ। ਠੀਕ ਕਹਿ ਰਹੇ ਹੋ ਕਿ ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਸਿਆਸੀ ਪਾਰਟੀਆਂ, ਅਗਰ ਅਕਾਲੀ ਦਲ ਦੀ, ਬਾਦਲ ਦੀ ਗੱਲ ਕਰ ਲਈਏ, ਹੁਣ ਥੋੜ੍ਹੇ ਦਿਨ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਦੇ ਬਾਰੇ ਗੱਲ ਕੀਤੀ ਹੈ। ਮੈਂ ਪੁੱਛਣਾ ਚਾਹੁੰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਪਿਤਾ ਸੁਮੇਧ ਸੈਣੀ ਨੇ ਮਾਰਿਆ, ਉਹਨਾਂ ਦਾ ਮਾਸੜ ਸੁਮੇਧ ਸੈਣੀ ਨੇ ਮਾਰਿਆ। ਸੁਮੇਧ ਸੈਣੀ ਨੇ ਹਜ਼ਾਰਾਂ ਤਾਦਾਦ ਵਿੱਚ ਸਿੱਖ ਮਾਰਤੇ, ਔਰ ਉਸੇ ਸੁਮੇਧ ਸੈਣੀ ਨੂੰ ਇਹੋ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਉਹਨੂੰ ਡੀਜੀਪੀ ਬਣਾਉਂਦੇ ਨੇ। ਸੋ ਦੋ ਡਿਫਰੈਂਟ ਪੈਰਾਮੀਟਰਸ ਨੇ, ਦੋ ਡਿਫਰੈਂਟ ਸਟੈਂਡਰਡਸ ਨੇ। ਸੋ ਇਸ ਕਰਕੇ ਇਹਨਾਂ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਨੀ ਜਿਹੜੀ ਹੈ, ਇਹ ਕਰੋਕੋਡਾਈਲ ਟੀਅਰਸ ਨੇ, ਇਹ ਮਗਰਮੱਛ ਦੇ ਆਂਸੂ ਨੇ। ਸੋ ਇਸ ਕਰਕੇ ਇਹਨਾਂ ਦੀ ਗੱਲਾਂ ਤੇ ਅਸੀਂ ਯਕੀਨ ਨਹੀਂ ਕਰ ਸਕਦੇ। ਤੁਹਾਡੀਆਂ ਇਹ ਗੱਲਾਂ ਤੋਂ ਇਹ ਅੰਦਾਜ਼ਾ ਅਸੀਂ ਲਗਾ ਸਕਦੇ ਹਾਂ ਕਿ ਸਿੱਖ ਕੌਮ ਕਿਤੇ ਨਾ ਕਿਤੇ ਲੀਡਰਲੈਸ ਹੋ ਚੁੱਕੀ ਹੈ, ਲੀਡਰ ਵਿਹੀਣੀ ਹੋ ਚੁੱਕੀ ਹੈ। ਸਾਡਾ ਸਭ ਤੋਂ ਵੱਡੀ ਟ੍ਰੈਜੇਡੀ ਇਸ ਵੇਲੇ ਇਹੋ ਹੀ ਹੈ, ਦੁਖਾਂਤ ਹੈ ਕਿ ਬੰਦੀ ਸਿੰਘਾਂ ਦੇ ਵਾਸਤੇ ਵੀ ਅਸੀਂ ਵੰਡੇ ਹੋਏ ਹਾਂ ਰਿਹਾਈ ਵਾਸਤੇ। ਇਸੇ ਕਰਕੇ ਅੱਜ ਅਸੀਂ ਇੱਥੋਂ ਐਲਾਨ ਕੀਤਾ ਹੈ ਕਿ ਜਿਹੜੀਆਂ ਧਿਰਾਂ
ਬੰਦੀ ਸਿੰਘਾਂ ਦੇ ਵਾਸਤੇ ਸੁਹਿਰਦ ਨੇ, ਰਿਹਾਈ ਵਾਸਤੇ ਸੁਹਿਰਦ ਨੇ। ਅਸੀਂ ਉਹਨਾਂ ਸਾਰਿਆਂ ਨਾਲ ਰਲ ਕੇ ਇੱਕ ਸਾਂਝਾ ਫਰੰਟ ਬਣਾਵਾਂਗੇ। ਬੰਦੀ ਸਿੰਘਾਂ ਦੇ ਮੁੱਦੇ ਨੂੰ ਅਸੀਂ ਕੌਮੀ ਤੌਰ ਦੇ ਉੱਤੇ ਇੱਕ ਮੰਚ ਤੋਂ ਲੜਾਈ ਲੜਨ ਦੇ ਚਾਹਵਾਨ ਹਾਂ। ਮਤੇ ਕੀ ਪਾਏ ਗਏ ਨੇ, ਕਿਉਂਕਿ ਇੱਥੇ ਸਟੇਜ ਦੇ ਉੱਪਰ ਇਸ ਇਕੱਠ ਦੇ ਵਿੱਚ ਕੁਝ ਮਤੇ ਪਾਏ ਗਏ ਨੇ, ਅਗਲਾ ਪ੍ਰੋਗਰਾਮ ਕੁਝ ਉਲੀਕਿਆ ਗਿਆ, ਉਹਦੇ ਬਾਰੇ ਜੇ ਵਿਸਥਾਰ ਦੇ ਨਾਲ ਦੱਸੋ ਕਿ ਕਿਹੜੇ ਮਤੇ ਜਿਹੜੇ ਨੇ ਇਸ ਸਟੇਜ ਦੇ ਉੱਪਰੋਂ ਅੱਜ ਪਾਏ ਗਏ ਨੇ। ਅੱਜ ਇੱਥੇ ਮਤਾ ਇਹ ਪਹਿਲਾਂ ਤਾਂ ਇਹ ਪਾਇਆ ਗਿਆ ਹੈ ਕਿ ਜਿੰਨੇ ਵੀ ਬੰਦੀ ਸਿੰਘਾਂ ਦੇ ਬਾਰੇ ਜਿਹੜੀ ਜਥੇਬੰਦੀਆਂ ਆਪਣਾ ਆਵਾਜ਼ ਬੁਲੰਦ ਕਰ ਰਹੀਆਂ ਨੇ, ਅਸੀਂ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੀ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਸਾਰਿਆਂ ਦੇ ਨਾਲ ਇੱਕ ਗਲਵੱਕੜੀ ਦਾ ਪ੍ਰੋਗਰਾਮ ਲੈ ਕਰਕੇ ਉਹਨਾਂ ਨੂੰ ਇੱਕ ਨਾਲ ਲੈ ਕੇ ਚੱਲਦੇ ਹੋਏ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇੱਕ ਸਾਂਝਾ ਫਰੰਟ ਬਣਾਉਣ ਦੇ ਵਾਸਤੇ ਅਸੀਂ ਚਾਹਵਾਨ ਹਾਂ। ਔਰ ਉਹ ਇੱਕ ਸਾਂਝਾ ਪ੍ਰੋਗਰਾਮ ਦੇਵਾਂਗੇ ਜਿਹਦੇ ਨਾਲ ਕਿ ਕੇਂਦਰ ਦੀ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਭਈ ਇਹ ਸਿੱਖ ਜਿਹੜੇ ਨੇ ਬੰਦੀ ਸਿੰਘਾਂ ਦੇ ਮੁੱਦੇ ਉੱਤੇ ਸਾਰੇ ਇਕੱਠੇ ਨੇ। ਨਾਲ ਦੇ ਨਾਲ ਅਸੀਂ ਇਸ ਗੱਲ ਦੀ ਅੱਜ ਭਰਪੂਰ ਆਲੋਚਨਾ ਕੀਤੀ ਹੈ ਕਿ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਅੱਜ ਤੱਕ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੋਈ ਵੀ ਗੱਲ ਨਹੀਂ ਕੀਤੀ। ਇਸ ਕਰਕੇ ਕਿ ਇਹਨਾਂ ਲੋਕਾਂ ਦਾ ਕਹਿਣਾ ਤੇ ਇਹਨਾਂ ਦੀ ਕਥਨੀ ਦੇ ਵਿੱਚ ਬੜਾ ਅੰਤਰ ਹੈ। ਸੋ ਵੋਟਰਾਂ ਨੂੰ, ਪੰਜਾਬ ਦੇ ਵੋਟਰਾਂ ਨੂੰ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਭਈ ਜਿਸ ਵੇਲੇ ਇਹ ਤੁਹਾਡੇ ਕੋਲ ਵੋਟਾਂ ਮੰਗਣ ਨਹੀਂ ਆਉਣ, ਘੱਟੋ ਘੱਟ ਤੁਸੀਂ ਉਹਨਾਂ ਨੂੰ ਪੁੱਛੋ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਤੇ ਬੇਅਦਬੀਆਂ ਦੇ ਮੁੱਦੇ ਵਾਸਤੇ ਉਹਨਾਂ ਦਾ ਕੀ ਪ੍ਰੋਗਰਾਮ ਹੈ, ਕੀ ਮੈਨੀਫੈਸਟੋ ਹੈ। ਜਦ ਤੱਕ ਉਹ ਪੰਜਾਬ ਦੇ ਇਹਨਾਂ ਮੁੱਦਿਆਂ ਬਾਰੇ ਗੱਲ ਨਹੀਂ ਕਰਦੇ, ਤੁਸੀਂ ਉਹਨਾਂ ਨੂੰ ਵੋਟ ਨਾ ਪਾਵੋ। ਕਿੰਨਾ ਕੁ ਸਮਾਂ ਹੋਰ, ਸਵਾਲ ਇਹੀ ਆ, ਕਿਉਂਕਿ ਲੰਬੇ ਸਮੇਂ ਤੋਂ ਸੰਘਰਸ਼ ਕੀਤੇ ਜਾ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਚਾਹੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਣ, ਭਾਈ ਗੁਰਦੀਪ ਸਿੰਘ ਖੇੜਾ ਹੋਣ, ਚਾਹੇ ਭਾਈ ਜਗਤਾਰ ਸਿੰਘ ਜੀ ਹਵਾਰਾ ਹੋਣ। ਕਿੰਨਾ ਕੁ ਲੰਬਾ ਸੰਘਰਸ਼ ਸਿੱਖ ਕੌਮ ਨੂੰ ਕਰਨਾ ਪੈਣਾ ਕਿ ਉਹ ਸਿੰਘ ਜਿਹੜੇ ਨੇ ਵਾਪਸ ਆਪਣੇ ਪਰਿਵਾਰਾਂ ਦੇ ਵਿੱਚ ਆ ਸਕਣ? ਮੈਂ ਸਮਝਦਾ ਕਿ ਸਾਨੂੰ ਗੁਰੂ ਤੇ ਭਰੋਸਾ ਹੈ। ਸੋ ਗੁਰੂ ਤੇ ਸਾਨੂੰ ਭਰੋਸਾ ਹੈ। ਅਸੀਂ ਕਦੀ ਵੀ ਨਿਰਾਸ਼ਾਵਾਦੀ ਨਹੀਂ ਹੋਏ, ਅਸੀਂ ਕਦੀ ਹਾਰ ਨਹੀਂ ਮੰਨੀ। ਅਸੀਂ ਸੰਘਰਸ਼ਸ਼ੀਲ ਕੌਮ ਦੇ ਹਾਂ। ਅਸੀਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹਾਂ ਕਿ ਅਸੀਂ ਸੰਘਰਸ਼ ਕਰਨਾ ਜਾਣਦੇ ਹਾਂ, ਸੰਘਰਸ਼ ਕਰ ਰਹੇ ਹਾਂ ਤੇ ਅਸੀਂ ਨਿਰੰਤਰ ਆਪਣਾ ਸੰਘਰਸ਼ ਜਿਹੜਾ ਹੈ ਉਹ ਜਾਰੀ ਰੱਖਾਂਗੇ। ਔਰ ਇਸ ਸੰਘਰਸ਼ ਨੂੰ ਹੋਰ ਤਾਕਤ ਦੇਵਾਂਗੇ ਬਾਕੀ ਸਾਰਿਆਂ ਦੇ ਸਹਿਯੋਗ ਦੇ ਨਾਲ, ਤੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਅਵਸ਼ ਹੋਏਗੀ। ਕਈ ਮੋਰਚੇ ਲੱਗਦੇ ਨੇ, ਚਾਹੇ ਬਰਗਾੜੀ ਦਾ ਮੋਰਚਾ ਹੋਵੇ ਜਾਂ ਹੋਰ ਮੋਰਚੇ ਹੁੰਦੇ ਨੇ, ਜਦੋਂ ਪੂਰੇ ਜ਼ੋਰ ਦੇ ਉੱਪਰ ਮੋਰਚਾ ਪਹੁੰਚ ਜਾਂਦਾ, ਐਂਡ ਦੇ ਵਿੱਚ ਇਲਜ਼ਾਮ ਮੋਰਚਾ ਲਾਉਣ ਵਾਲਿਆਂ ਤੇ ਇਹ ਲਗਾ ਦਿੱਤੇ ਜਾਂਦੇ ਨੇ ਕਿ ਪੈਸੇ ਲੈ ਕੇ ਜਿਹੜੇ ਨੇ ਮੋਰਚੇ ਚੱਕ ਲਏ ਜਾਂ ਸਰਕਾਰਾਂ ਦੇ ਸਾਹਮਣੇ ਝੁਕ ਗਏ ਨੇ। ਕਿਤੇ ਇਸ ਲੱਗੇ ਮੋਰਚੇ ਦਾ ਐਂਡ ਇਹੀ ਤਾਂ ਨਹੀਂ ਹੋਊਗਾ? ਦੇਖੋ, ਅਸੀਂ ਖਲੋਤੇ ਹਾਂ ਇਸ ਵੇਲੇ ਗੁਰੂ ਸਾਹਿਬ ਦੇ ਬਿਲਕੁਲ ਸਨਮੁਖ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨਾਲ ਸੰਬੰਧਿਤ ਜਿਹੜਾ ਵੀ ਪ੍ਰੋਗਰਾਮ ਦੇਵਾਂਗੇ, ਸਰਕਾਰ ਦੇ ਨਾਲ, ਕਿਸੇ ਪਾਰਟੀ ਨਾਲ, ਸਰਕਾਰ ਦੀ ਕਿਸੇ ਏਜੰਸੀ ਨਾਲ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਹੋਏਗਾ, ਕਿਉਂਕਿ ਬੰਦੀ ਸਿੰਘ ਸਾਡੇ ਦਿਲਾਂ ਦੇ ਵਿੱਚ ਵਸਦੇ ਨੇ, ਸਾਡੇ ਮਨਾਂ 'ਚ ਵਸਦੇ ਨੇ। ਉਹ ਕੌਮ ਦੇ ਹੀਰੋ ਨੇ। ਅਸੀਂ ਉਹਨਾਂ ਵਾਸਤੇ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਨੂੰ ਤਿਆਰ ਹਾਂ ਤੇ ਸਵਾਲ ਹੀ ਪੈਦਾ ਨਹੀਂ ਉੱਠਦਾ ਕਿ ਇਸ ਮੁੱਦੇ ਉੱਤੇ ਸਰਕਾਰ ਨਾਲ ਕਿਸੇ ਪ੍ਰਕਾਰ ਦਾ ਜਿਹੜਾ ਹੈ ਕੋਈ ਸੌਦੇਬਾਜ਼ੀ ਕੀਤੀ ਜਾਵੇ। ਅੱਛਾ, ਆਖਰੀ ਸਵਾਲ ਆ। ਥੋੜੇ ਦਿਨ ਪਹਿਲਾਂ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਆਪਣੇ ਪਿਤਾ ਜੀ ਦੀ ਅੰਤਿਮ ਅਰਦਾਸ ਦੇ ਉੱਪਰ ਪਹੁੰਚਦੇ ਨੇ। ਉਹਨਾਂ ਦੇ ਇੱਕ ਬਿਆਨ ਤੇ ਸਿੱਖ ਜਥੇਬੰਦੀਆਂ ਦੇ ਵਿੱਚ ਕੁਝ ਦੇ ਵਿੱਚ ਇੱਕ ਰੋਸ ਪਾਇਆ ਜਾ ਰਿਹਾ, ਜਦੋਂ ਕਹਿੰਦੇ ਨੇ ਕਿ ਮੈਂ ਹਾਂ ਅਕਾਲੀ, ਇਸ ਧਰਤੀ ਤੇ ਚਾਹੁੰਦਾ ਹਾਂ ਸਰਕਾਰ ਅਕਾਲੀ। ਉਹਦੇ ਬਾਰੇ ਕੀ ਕਹੇਂਗੇ? ਦੇਖੋ, ਮੈਂ ਸਮਝਦਾ ਕਿ ਭਾਈ ਰਾਜੋਆਣਾ ਜੀ ਦੀ ਕੁਰਬਾਨੀ ਬਹੁਤ ਵੱਡੀ ਕੁਰਬਾਨੀ ਹੈ। ਉਹਨਾਂ ਨੇ ਜੋ ਕੁਝ ਕੌਮ ਲਈ ਕੀਤਾ ਹੈ, ਸਾਡੇ ਸਾਰਿਆਂ ਦਾ ਸਿਰ ਝੁਕਦਾ ਹੈ। ਹੋਰ ਕਈ ਵਾਰੀ ਜੇਲ੍ਹ 'ਚ ਬੈਠੇ ਆ ਨਾ, ਪੂਰੀ ਇਨਫੋਰਮੇਸ਼ਨ ਨਹੀਂ ਹੁੰਦੀ ਤੇ ਉਸ ਤਰੀਕੇ ਦੇ ਨਾਲ ਮੈਂ ਸਮਝਦਾ ਉਹਨਾਂ ਤੱਕ ਪਹੁੰਚ ਨਹੀਂ ਰਹੀਆਂ ਜੋ ਗੱਲਾਂ ਇੱਥੇ ਹੋ ਰਹੀਆਂ ਨੇ, ਉਹਨਾਂ ਤੱਕ ਸਹੀ ਨਹੀਂ ਪਹੁੰਚ ਨਹੀਂ ਪਹੁੰਚ ਰਹੀਆਂ। ਉਹ ਦੂਜੀ ਗੱਲ ਹੈਗੀ ਹੈ, ਜਿਹੜੇ ਸਿਆਸੀ ਲੋਕ ਨੇ ਇਹ ਕਿਸੇ ਨਾ ਕਿਸੇ ਪ੍ਰਕਾਰ ਨਾਲ ਘੇਰਾਬੰਦੀ ਕਰਕੇ ਕਿਸੇ ਵੀ ਬੰਦੇ ਦਾ ਮਾਈਂਡ ਜਿਹੜਾ ਚੇਂਜ ਕਰ ਸਕਦੇ ਨੇ। ਜਿਸ ਵੇਲੇ ਰਾਜੋਆਣਾ ਜੀ ਦੀ ਰਿਹਾਈ ਹੋ ਜਾਏਗੀ, ਮੈਨੂੰ ਪੂਰਾ ਯਕੀਨ ਹੈ ਕਿ ਭਈ ਉਹ ਜੋ ਕੁਝ ਉਹਨਾਂ ਨੇ ਕਿਹਾ ਉਹ ਸਾਰਾ ਕੁਝ ਜਿਹੜਾ ਹੈ ਲੋਕਾਂ ਸਾਹਮਣੇ, ਸੱਚ ਸਾਹਮਣੇ ਆ ਜਾਏਗਾ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ, ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਪ੍ਰੋਫੈਸਰ ਬਲਜਿੰਦਰ ਸਿੰਘ ਜੀ ਨੂੰ ਤੁਸੀਂ ਨੇ ਸੁਣਿਆ। ਆਵਾਜ਼ ਇੱਕੋ ਦਿੱਤੀ ਕਿ ਕੌਮ ਨੂੰ ਇਕੱਠੇ ਹੋਣਾ ਪਏਗਾ। ਬੰਦੀ ਸਿੰਘਾਂ ਦੀ ਰਿਹਾਈ ਉਹਨਾਂ ਦਾ ਹੱਕ ਆ। ਸਿੱਖ ਕੌਮ ਐਂਡ ਤੱਕ ਸੰਘਰਸ਼ ਕਰਦੀ ਰਹੇਗੀ ਜਦੋਂ ਤੱਕ ਇਹ ਨਿਸ਼ਾਨੇ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦਾ, ਸਿੱਖ ਕੌਮ ਸੰਘਰਸ਼ ਕਰਦੀ ਰਹੇਗੀ। ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਮਝੌਤਾ ਨਹੀਂ ਹੋਊਗਾ। ਮੋਰਚੇ ਲਗਾਤਾਰ ਲੱਗਦੇ ਰਹਿਣਗੇ। ਕੁਝ ਮਤੇ ਵੀ ਪਾਏ ਗਏ ਨੇ ਸਿਆਸੀ ਪਾਰਟੀਆਂ ਨੂੰ ਆਲੇ ਹੱਥੀਂ ਲਿਆ ਕੇ ਆਪਣੇ ਮੈਨੀਫੈਸਟੋ ਦੇ ਵਿੱਚ। ਆਖਰ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਇੱਕ ਮੁੱਦੇ ਦੇ ਤੌਰ ਤੇ ਰੱਖੀ ਜਾਂਦੀ?
ਪੰਜਾਬੀ ਲੋਕ ਚੈਨਲ ਦੇਖਦੇ ਰਹੋ। ਮੈਨੂੰ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ।